ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੀਕੇ ਵਿਦ ਆਰਡੀ ਸਰ। ਅੱਜ ਅਸੀਂ ਡਿਸਕਸ ਕਰਾਂਗੇ ਪੰਜਾਬ ਦੇ ਵਿੱਚ ਆਈਆਂ ਪੋਸਟਾਂ ਪੀਪੀਐਸਸੀ ਦੀਆਂ। ਪੰਜਾਬ ਪੀਸੀਐਸ ਦੀ ਨਵੀਂ ਰਿਕਰੂਟਮੈਂਟ ਆਈ ਹੈ 2020 ਵਾਲੀ। ਯਾਦ ਰੱਖਿਆ ਜੀ, ਜਿਹੜੀ ਪੀਸੀਐਸ ਦੀ ਪੰਜਾਬ ਦੇ ਵਿੱਚ ਪੋਸਟਾਂ ਹੁੰਦੀਆਂ ਨੇ ਇਹ ਹਰ 2 ਜਾਂ 3 ਸਾਲ ਬਾਅਦ ਆਉਂਦੀਆਂ ਨੇ। ਠੀਕ ਹੈ ਜੀ। ਤਾਂ ਹੁਣ ਆਪਾਂ ਇਹ ਨੋਟਿਸ ਨੂੰ ਜਿਹੜਾ ਨੋਟੀਫਿਕੇਸ਼ਨ ਹੈ ਇਹਨੂੰ ਡਿਟੇਲ ਤੋਂ ਪੜ੍ਹਨ ਤੋਂ ਪਹਿਲਾਂ ਜਿਹੜੇ ਵੀ ਸਟੂਡੈਂਟ ਮੇਰੇ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ, ਸ਼ੇਅਰ ਕਰਨ ਆਪਣੇ ਫਰੈਂਡ ਦੇ ਨਾਲ ਅਗਰ ਵੀਡੀਓ ਅੱਛੀ ਲੱਗੇ ਤਾਂ। ਠੀਕ ਹੈ ਜੀ। ਤਾਂ ਆਓ ਜੀ ਡਿਸਕਸ ਕਰਦੇ ਹਾਂ ਆਪਾਂ ਆਪਣੇ ਇਸ ਨੋਟੀਫਿਕੇਸ਼ਨ ਨੂੰ। ਦੇਖੋ ਜੀ, ਪੀਸੀਐਸ ਇੱਕ ਸਾਡੇ ਵਿੱਚ ਪੰਜਾਬ ਦੇ ਵਿੱਚ ਪੋਸਟ ਹੈ ਜਿਹੜੇ ਏ ਗ੍ਰੇਡ ਦੇ ਆਫੀਸਰ ਨੇ ਪੰਜਾਬ ਦੇ ਵਿੱਚ, ਸਭ ਤੋਂ ਹਾਈਅਰ ਰੈਂਕਸ ਦੇ ਜਿਹੜੇ ਆਫੀਸਰ ਨੇ ਉਹਨਾਂ ਦੀ ਜਿਹੜੀ ਭਰਤੀ ਹੈ ਸਪੈਸ਼ਲ ਪੰਜਾਬ ਦੇ ਪਟਿਆਲਾ ਦੇ ਵਿੱਚ ਇੱਕ ਸਾਡਾ ਕਮਿਸ਼ਨ ਹੈ ਜਿਹਦਾ ਨਾਮ ਹੈ ਪੀਪੀਐਸਸੀ, ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਠੀਕ ਹੈ ਜੀ। ਇਹ ਰਿਕਰੂਟ ਕਰਦਾ ਹੈ, ਇਹਦੇ ਐਗਜ਼ਾਮ ਸਾਰੇ ਇਹੀ ਕੰਡਕਟ ਕਰਦਾ ਹੈ। ਠੀਕ ਹੈ ਜੀ। ਤੇ ਇਹ ਜਿਹੜੀਆਂ ਪੋਸਟਾਂ ਨੇ ਪੀਸੀਐਸ ਦੀਆਂ ਪੋਸਟਾਂ ਨੇ। ਠੀਕ ਹੈ ਜੀ। ਹੁਣ ਇਸ ਦੇ ਬਾਰੇ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿੰਨੀਆਂ ਪੋਸਟਾਂ ਨਿਕਲੀਆਂ ਨੇ। ਦੇਖੋ ਜੀ, ਇਹ ਪੇਪਰ ਤੁਹਾਡਾ 2015 ਦੇ ਵਿੱਚ ਆਇਆ ਸੀ, 2018 ਦੇ ਵਿੱਚ ਆਇਆ, ਹੁਣ ਇਹ 2020 ਦੇ ਵਿੱਚ ਆ ਰਿਹਾ। ਠੀਕ ਹੈ ਜੀ। ਤੇ ਇਹ ਹਰ 2 ਜਾਂ 3 ਸਾਲ ਬਾਅਦ ਆਉਂਦਾ ਪੇਪਰ, 2.5 ਸਾਲ ਵੀ ਲੱਗ ਜਾਂਦੇ ਨੇ। ਤੇ ਇਹਦੇ ਵਿੱਚ ਡਿਸਕਸ ਕਰਦੇ ਹਾਂ ਜਿਹੜਾ 2020 ਦੇ ਵਿੱਚ ਜਿਹੜੀਆਂ ਪੀਸੀਐਸ ਦੀਆਂ ਪੋਸਟਾਂ ਆਈਆਂ ਨੇ ਤੇ ਇਹ ਹੈਗੀਆਂ ਟੋਟਲ 77 ਪੋਸਟਾਂ ਨੇ। ਠੀਕ ਹੈ ਜੀ। ਇਹਦੇ ਵਿੱਚ ਸਭ ਤੋਂ ਜ਼ਿਆਦਾ ਪੋਸਟਾਂ ਜਿਹੜੀਆਂ ਡੀਐਸਪੀ ਦੀਆਂ ਪੋਸਟਾਂ ਨੇ। ਤੁਹਾਨੂੰ ਪਤਾ ਜੀ ਪੰਜਾਬ ਦੇ ਵਿੱਚ ਡੀਐਸਪੀ ਕਿੰਨਾ ਵੱਡਾ ਰੈਂਕ ਹੈ। ਪੰਜਾਬ ਦੇ ਵਿੱਚ ਸਭ ਤੋਂ ਕਹਿੰਦੇ ਨਾ ਯੂਥ ਦਾ ਪੈਸ਼ਨ, ਇੱਕ ਸੁਪਨਾ ਹੁੰਦਾ ਕਿ ਪੰਜਾਬ ਦੇ ਵਿੱਚ ਡੀਐਸਪੀ ਲੱਗਣ ਦਾ। ਤੇ ਉਸ ਤੋਂ ਬਾਅਦ ਐਗਜ਼ੀਕਿਊਟਿਵ ਬ੍ਰਾਂਚ ਦੀ ਸਭ ਤੋਂ ਜ਼ਿਆਦਾ ਪੋਸਟਾਂ ਨੇ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬੀਡੀਪੀਓ, ਅਸਿਸਟੈਂਟ ਰਜਿਸਟਰਾਰ, ਫੂਡ ਸਪਲਾਈ ਕੰਜ਼ਿਊਮਰ ਆਫਿਸਰ। ਤੇ ਇਹ ਮਤਲਬ ਜਿਹੜੇ ਆਫਿਸਰਸ ਨੇ ਇੰਪਲੋਇਮੈਂਟ ਜਨਰੇਸ਼ਨ ਟ੍ਰੇਨਿੰਗ ਆਫਿਸਰ, ਤਾਂ ਇਹਨਾਂ ਦੇ ਜਿਹੜੀਆਂ ਪੋਸਟਾਂ ਨੇ ਇਹ ਸਾਰੀਆਂ ਪੋਸਟਾਂ ਨੇ। ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਪੋਸਟਾਂ ਤੁਹਾਡੀਆਂ ਆਈਆਂ ਨੇ ਡਿਪਟੀ ਸੁਪਰੀਡੈਂਟ ਜੇਲਸ। ਹੁਣ ਇੱਕ ਯਾਦ ਰੱਖਿਆ ਜੀ, ਕਈ ਪੋਸਟਾਂ ਇਹਦੇ ਵਿੱਚ ਆਫਿਸ ਦੇ ਵਿੱਚ ਬੈਠ ਕੇ ਕੰਮ ਕਰਨ ਵਾਲੀਆਂ ਨੇ, ਕਈਆਂ ਦੇ ਵਿੱਚ ਫਿਜ਼ੀਕਲ ਟੈਸਟ ਵੀ ਹੋਣਾ ਹੈ। ਹੁਣ ਫਿਜ਼ੀਕਲ ਟੈਸਟ ਉਹੀ ਹੋਊਗਾ ਜਿਹੜੇ ਪੰਜਾਬ ਪੁਲਿਸ ਦੀਆਂ ਪੋਸਟਾਂ ਨੇ। ਪੰਜਾਬ ਪੁਲਿਸ ਦੀਆਂ ਹੁਣ ਇੱਕ ਡੀਐਸਪੀ ਹੈ, ਇੱਕ ਜੇਲਰ ਵਾਲੀ ਪੋਸਟਾਂ ਨੇ। ਇਹਨਾਂ ਵਾਸਤੇ ਤੁਹਾਡਾ ਫਿਜ਼ੀਕਲ ਟੈਸਟ ਵੀ ਕੰਡਕਟ ਕੀਤਾ ਜਾਏਗਾ। ਤਾਂ ਇਹ ਪੋਸਟਾਂ ਟੋਟਲ ਕੁੱਲ ਮਿਲਾ ਕੇ ਤੁਹਾਡੀਆਂ 20, 26 ਤੇ 10 ਇਹ ਜਿਹੜੀਆਂ ਸਭ ਤੋਂ ਜ਼ਿਆਦਾ ਇਸ ਕੈਟੇਗਰੀ ਦੇ ਵਿੱਚ ਪੋਸਟਾਂ ਆਈਆਂ ਨੇ ਇਹ ਤੁਸੀਂ ਵੇਖ ਸਕਦੇ ਹੋ 27 ਪੋਸਟਾਂ ਨੇ। ਠੀਕ ਹੈ ਜੀ। ਹੁਣ ਇਸ ਨੂੰ ਫਿਰ ਕੈਟੇਗਰੀ ਵਾਈਜ਼ ਡਿਵਾਈਡ ਕਰਤਾ ਕਿ ਜਰਨਲ ਵਾਸਤੇ ਇਸ ਟਾਈਮ ਦੇ ਉੱਪਰ 22 ਪੋਸਟਾਂ ਨੇ ਜਿਹਦੇ ਵਿੱਚ 10 ਡੀਐਸਪੀ ਇਹਨਾਂ ਨੇ ਭਰਤੀ ਕਰਨੇ। ਪੰਜਾਬ 10 ਪੋਸਟਾਂ ਜਰਨਲ ਕੈਟੇਗਰੀ ਦੀਆਂ ਨੇ। ਠੀਕ ਹੈ ਜੀ। ਤੇ ਉਸੇ ਆਧਾਰ 'ਤੇ ਤੁਸੀਂ ਆਪਣੀ ਅਗਰ ਕੈਟੇਗਰੀ ਹੈਗੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਤੁਹਾਡੇ ਕਿੰਨੀਆਂ ਪੋਸਟਾਂ ਆਈਆਂ ਨੇ। ਤਾਂ ਇਹ ਕੈਟੇਗਰੀ ਵਾਈਜ਼ ਡਿਵਾਈਡ ਕੀਤਾ ਹੋਇਆ ਹੈ ਤੇ ਚਾਰਟ ਦੇ ਵਿੱਚ ਦੱਸਿਆ ਗਿਆ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਐਜੂਕੇਸ਼ਨ ਦੇ ਬਾਰੇ। ਐਜੂਕੇਸ਼ਨ ਕੀ ਚਾਹੀਦੀ ਹੈ ਇਸ ਦੇ ਬਾਅਦ। ਦੇਖੋ ਜੀ, ਗ੍ਰੈਜੂਏਸ਼ਨ ਅਗਰ ਤੁਸੀਂ ਕੀਤੀ ਹੋਈ ਹੈ, ਅਗਰ ਤੁਸੀਂ ਗ੍ਰੈਜੂਏਸ਼ਨ ਪੰਜਾਬ ਦੇ ਵਿੱਚ ਕਿਸੇ ਵੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਫੀਲਡ ਦੇ ਵਿੱਚ, ਤਾਂ ਇਹ ਪੇਪਰ ਦੇਣ ਵਾਸਤੇ ਤੁਸੀਂ ਐਲੀਜੀਬਲ ਹੋ। ਹੁਣ ਇਹ ਪੇਪਰ ਦਾ ਆਪਾਂ ਇੱਕ ਐਲੀਜੀਬਲ ਤਾਂ ਹੈਗੇ ਹੋ, ਪਰ ਜਿਹੜਾ ਪੰਜਾਬ ਦਾ ਸਟੂਡੈਂਟ ਉਹਨੇ ਤਾਂ ਪੰਜਾਬੀ ਕੀਤੀ ਹੋਏਗੀ ਨਾ 10th ਦੇ ਵਿੱਚ, ਪਰ ਇਹਦੇ ਵਿੱਚ ਇੱਕ ਇਹ ਦੱਸਿਆ ਹੋਇਆ ਕਿ ਅਦਰ ਸਟੇਟ ਵਾਲੇ ਜੋ ਇਸ ਪੇਪਰ ਨੂੰ ਭਰਨਾ ਚਾਹੁੰਦੇ ਨੇ ਉਹ 10th ਦੇ ਵਿੱਚ ਉਹਨਾਂ ਕੋਲ ਪੰਜਾਬੀ ਪਾਸ ਇੱਕ ਸਬਜੈਕਟ ਐਜ਼ ਏ ਸਬਜੈਕਟ ਪਾਸ ਕੀਤਾ ਹੋਇਆ ਹੋਣਾ ਚਾਹੀਦਾ ਹੈ। ਤਾਂ ਇਸ ਐਗਜ਼ਾਮ ਦੇ ਵਿੱਚ ਉਹ ਇਸ ਫਾਰਮ ਨੂੰ ਫਿਲ ਕਰ ਸਕਦਾ ਹੈ ਅਦਰ ਸਟੇਟ ਵਾਲਾ। ਅਗਰ ਜੋ ਪੰਜਾਬ ਦੇ ਬੱਚੇ ਨੇ ਉਹ ਤਾਂ ਪੰਜਾਬ ਨੂੰ ਫਿਲ ਕਰ ਹੀ ਲੈਣਗੇ ਕਿਉਂਕਿ ਉਹਨਾਂ ਦਾ ਇੱਕ ਜਿਹੜਾ 10th ਦੇ ਵਿੱਚ ਪੰਜਾਬੀ ਹੈਗੀ ਸੀ। ਤਾਂ ਜਿਹੜੇ ਸੀਬੀਐਸਈ ਬੋਰਡ ਕਈ ਵਾਰੀ ਇਹਨਾਂ ਵੱਡੇ ਜਿਹੜੇ ਬੋਰਡਸ ਨੇ ਇਹਨਾਂ ਤੋਂ ਪੰਜਾਬ ਸਕੂਲ ਐਜੂਕੇਸ਼ਨ ਤੋਂ ਕੀਤੀ ਹੈ ਤਾਂ ਫਿਰ ਪੰਜਾਬੀ ਜ਼ਰੂਰ ਹੋਏਗੀ। ਤੇ ਅਦਰ ਬੋਰਡਸ ਵਾਸਤੇ ਇਹ ਦੱਸੇ ਇੱਕ ਕੰਡੀਸ਼ਨ ਲਗਾਈ ਹੋਈ ਹੈ, ਇਹ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। ਤੇ ਇਹ ਵੀ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰੀਏ ਆਪਾਂ। ਏਜ ਲਿਮਿਟ ਕੀ ਹੈ ਜੀ, ਇਹਦੇ ਵਿੱਚ ਸਭ ਤੋਂ ਮਿਨੀਮਮ ਏਜ ਤੁਹਾਡੀ ਹਰ ਕੋਈ ਪੋਸਟ ਜਿਹੜੀ ਪੋਸਟਾਂ ਹੁਣ 77 ਆਈਆਂ ਨੇ ਇਹਦੇ ਵਿੱਚ ਮਿਨੀਮਮ ਏਜ ਤੁਹਾਡੀ 21 ਹੋਣੀ ਚਾਹੀਦੀ ਹੈ ਤੇ ਮੈਕਸਿਮਮ ਏਜ ਤੁਹਾਡੀ 27 ਤੋਂ ਘੱਟ ਹੋਣੀ ਚਾਹੀਦੀ। 27 ਤੱਕ ਮੈਕਸਿਮਮ ਹੈ। ਠੀਕ ਹੈ ਜੀ। ਮਿਨੀਮਮ ਮਤਲਬ 21 ਤੋਂ ਲੈ ਕੇ 37 ਦੇ ਵਿੱਚ ਅਗਰ ਤੁਹਾਡੀ ਏਜ ਆ ਰਹੀ ਹੈ ਤਾਂ ਤੁਸੀਂ ਇਸ ਫਾਰਮ ਵਾਸਤੇ ਐਲੀਜੀਬਲ ਹੋ ਤਾਂ ਇਹ ਫਾਰਮ ਤੁਸੀਂ ਭਰ ਸਕਦੇ ਹੋ। ਠੀਕ ਹੈ ਜੀ। ਇਹ ਜਿਹੜੀ ਏਜ ਹੈ 37 ਇਹ ਇਸ ਤੋਂ ਪਹਿਲਾਂ ਜਿਹੜੀ ਘੱਟ ਹੈ ਇਹ 1 ਜਨਵਰੀ 2020 ਤੱਕ ਕੰਪਲੀਟ ਤੋਂ ਏਜ ਕਾਊਂਟ ਕੀਤੀ ਜਾਏਗੀ। ਇਹ ਤੁਸੀਂ ਨੋਟ ਕਰ ਲੈਣਾ। ਉਸ ਤੋਂ ਬਾਅਦ ਦੇਖੋ ਜੀ, ਇਹਨਾਂ ਨੇ ਇੱਕ ਕੰਡੀਸ਼ਨ ਲਗਾਈ ਹੋਈ ਹੈ ਕਿ ਜਿਹੜੀਆਂ ਪੰਜਾਬ ਪੁਲਿਸ ਦੀਆਂ ਪੋਸਟਾਂ ਨੇ, ਇੱਕ ਡੀਐਸਪੀ ਹੈ, ਇੱਕ ਜੇਲਰ ਹੈ, ਗ੍ਰੇਡ 2 ਵਾਲੀ ਪੋਸਟਾਂ ਨੇ। ਇਹਦੇ ਵਿੱਚ ਕੀ ਕਿਹਾ ਜੀ, ਇਹਨਾਂ ਨੇ ਇੱਕ ਕੰਡੀਸ਼ਨ ਲਗਾਈ ਹੈ ਕਿਉਂਕਿ ਇਹਨਾਂ ਦੇ ਵਿੱਚ ਫਿਜ਼ੀਕਲ ਟੈਸਟ ਹੋਣਾ ਤਾਂ ਇਹਦੀ ਏਜ ਵੀ ਘੱਟ ਮੰਗੀ ਗਈ ਹੈ। ਇਹਨਾਂ ਨੇ 21 ਮਿਨੀਮਮ ਤੇ ਮੈਕਸਿਮਮ 28 ਮੰਗੀ ਹੈ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇੱਕ ਇਹੀ ਇਸ ਪੋਸਟ ਦਾ ਇਹੀ ਕਾਰਨ ਹੈ ਕਿ ਇਹ 28 ਇਹ ਮਤਲਬ ਸਾਰਿਆਂ ਵਾਸਤੇ ਇਹਦੀ ਵੀ ਏਜ ਜ਼ਿਆਦਾ ਹੋਣੀ ਚਾਹੀਦੀ ਸੀ ਤਾਂ ਕਿ ਹੋਰ ਵੀ ਸਟੂਡੈਂਟ ਇਹਨੂੰ ਪੜ੍ਹ ਸਕਣ ਤਾਂ ਇਹ ਕੰਪੀਟੀਸ਼ਨ ਹੋਰ ਵਧਣਾ ਸੀਗਾ।
ਤਾਂ ਇਹ ਹੁਣ ਇਸ ਡਿਪਾਰਟਮੈਂਟ ਦਾ ਆਪਣਾ ਕੋਈ ਰੂਲ ਹੋਣਾ ਹੈ ਤਾਂ ਦੇਖ ਲਓ। ਉਸ ਤੋਂ ਬਾਅਦ ਦੇਖੋ ਜੀ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਅਗਰ ਤੁਹਾਡੇ ਕੋਲ ਕੈਟੇਗਰੀ ਹੈਗੀ ਤਾਂ ਤੁਹਾਨੂੰ ਉਸ ਹਿਸਾਬ ਦੇ ਨਾਲ ਰਿਲੈਕਸੇਸ਼ਨ ਦਿੱਤੀ ਜਾਏਗੀ, ਤਾਂ ਤੁਸੀਂ 5 ਸਾਲ ਇਹ ਸਾਰਾ ਰਿਲੈਕਸੇਸ਼ਨ ਤੁਸੀਂ ਪੜ੍ਹ ਸਕਦੇ ਹੋ। ਤਾਂ ਉਸ ਤੋਂ ਬਾਅਦ ਦੇਖੋ 5 ਸਾਲ ਇਸ 'ਤੇ ਦਿੱਤਾ ਜਾਂਦਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਸ ਦੇ ਬਾਰੇ, ਜਿਹੜਾ ਐਗਜ਼ਾਮ ਹੈ ਤੇ ਇਸ ਦੀ ਜਿਹੜੀ ਐਜੂਕੇਸ਼ਨ ਹੈ, ਇਹਦੇ ਜਿਹੜੇ ਸਿਲੈਕਸ਼ਨ ਪ੍ਰੋਸੀਜਰ ਬਾਰੇ ਗੱਲ ਕਰਾਂ ਤਾਂ ਇਹਦੇ ਜੀ 3 ਸਟੇਜਾਂ ਹੁੰਦੀਆਂ ਨੇ। 3 ਸਟੇਜਾਂ ਕਿਹੜੀਆਂ ਨੇ? ਪਹਿਲਾ ਹੋਏਗਾ ਪ੍ਰੀ ਪੇਪਰ, ਜਿਹਨੂੰ ਆਪਾਂ ਪ੍ਰੀਲਿਮਿਨਰੀ ਬੋਲਦੇ ਹਾਂ। ਉਸ ਤੋਂ ਬਾਅਦ ਆਏਗਾ ਮੇਨਸ, ਤੁਹਾਡਾ ਮੇਨਸ ਪੇਪਰ। ਉਸ ਤੋਂ ਬਾਅਦ ਆਏਗਾ ਇੰਟਰਵਿਊ। ਠੀਕ ਹੈ ਜੀ। ਹੁਣ ਜਿਹੜਾ ਪ੍ਰੀ ਪੇਪਰ ਹੈ ਇਹਦੇ ਵੀ 2 ਭਾਗ ਨੇ ਕੀਤੇ ਹੋਏ ਨੇ, ਇੱਕ ਪੇਪਰ 1 ਹੈ, ਇੱਕ ਪੇਪਰ 2 ਹੈ। ਜਿਹੜਾ ਇੱਕ ਪਹਿਲੇ ਪੇਪਰ 1 ਹੈ ਉਹਨੂੰ ਆਪਾਂ ਬੋਲਦੇ ਹਾਂ ਜਰਨਲ ਸਟੱਡੀ, ਮਤਲਬ ਜੀਕੇ ਦਾ ਪੇਪਰ ਹੋਣਾ ਤੁਹਾਡਾ। MCQ ਫਾਰਮ ਦੇ ਵਿੱਚ ਇਹ ਕੁਐਸਚਨ ਹੋਣੇ ਆ ਸਾਰੇ। ਤੇ ਉਸ ਤੋਂ ਬਾਅਦ ਇਹ ਕੁਐਸਚਨ ਹੋਣਗੇ 100 ਤੇ 2 ਨੰਬਰ ਦਾ ਇੱਕ ਕੁਐਸਚਨ ਹੋਏਗਾ ਤੇ 2 ਮਾਰਕਸ ਉਹਦੇ, ਤੇ ਕੁੱਲ ਮਿਲਾ ਕੇ 100 ਦੇ 200 ਕੁਐਸਚਨ 200 ਮਾਰਕਸ ਬਣ ਗਏ ਤੁਹਾਡੇ ਫਸਟ ਪੇਪਰ ਦੇ। ਉਸ ਤੋਂ ਬਾਅਦ ਮੈਥ, ਰੀਜ਼ਨਿੰਗ, ਇੰਗਲਿਸ਼ ਤੁਹਾਡਾ ਜਿਹੜਾ ਹੈ ਇਹਦੇ ਵਿੱਚ GS ਦਾ ਕੋਈ ਪੋਰਸ਼ਨ ਨਹੀਂ ਹੋਗਾ। ਬਾਕੀ ਪੰਜਾਬੀ ਹੋ ਗਿਆ, ਇੰਗਲਿਸ਼ ਹੋ ਗਿਆ, ਰੀਜ਼ਨਿੰਗ, ਮੈਥ, ਇਹ ਸਾਰਾ ਤੁਹਾਡਾ C-SET ਬੋਲਿਆ ਜਾਂਦਾ ਇਹਨੂੰ। ਤਾਂ C-SET ਦੇ ਵਿੱਚ ਤੁਹਾਡੇ 80 ਕੁਐਸਚਨ ਹੋਣਗੇ, 2.5 ਮਾਰਕਸ ਦੇ ਅਕੋਰਡਿੰਗ ਤੁਹਾਡੇ 200 ਨੰਬਰ ਇਹ ਬਣ ਗਏ। ਤਾਂ ਕੁੱਲ ਮਿਲਾ ਕੇ 400 ਨੰਬਰ ਦਾ ਪਹਿਲਾ ਜਿਹੜਾ ਸਟੇਜ ਹੈ ਇਹ 400 ਨੰਬਰ ਦੀ ਹੈ। ਇਹ ਸਿਰਫ ਸਕਰੀਨਿੰਗ ਸਟੇਜ ਹੈ। ਸਕਰੀਨਿੰਗ ਦਾ ਮਤਲਬ ਹੁੰਦਾ ਜੀ ਛਟਨੀ ਕਰਨਾ। ਮੈਕਸਿਮਮ ਸਟੂਡੈਂਟ ਜ਼ਿਆਦਾ ਹੈਗੇ ਨੇ ਤਾਂ ਉਹ ਕੀ ਹੋਣਗੇ, ਇਹਦੇ ਵਿੱਚ ਛਟਨੀ ਹੋ ਕੇ, ਮਤਲਬ ਮੈਰਿਟ ਦੇ ਆਧਾਰ 'ਤੇ ਉੱਪਰ ਜਿਹੜੇ ਇਹ ਸਿਰਫ ਇੱਕ ਇਹਦੇ ਵਿੱਚ ਤੁਸੀਂ ਪ੍ਰੀ ਕਲੀਅਰ ਕਰਨਾ ਹੈ। ਉਸ ਤੋਂ ਬਾਅਦ ਇਹਦੇ ਨੰਬਰ ਕਾਊਂਟ ਨਹੀਂ ਹੋਣਗੇ ਮੇਨਸ ਦੇ ਵਿੱਚ। ਠੀਕ ਹੈ ਜੀ। ਇਹ ਸਿਰਫ ਕਲੀਅਰ ਕਰਨ ਵਾਸਤੇ ਹੈ ਜੀ। ਹੁਣ ਇੱਕ ਇਹਦੇ 'ਚ ਦੱਸਿਆ ਹੋਇਆ ਹੈ, ਸਭ ਤੋਂ ਵੱਡੀ ਗੱਲ ਹੈ ਜੀ, ਅਗਰ ਤੁਸੀਂ UPSC ਦਾ ਪੇਪਰ ਦੇ ਰਹੇ ਹੋ, ਇਸੇ ਤਰ੍ਹਾਂ ਹੀ ਪ੍ਰੀ ਹੁੰਦਾ ਹੈ। ਪ੍ਰੀ ਦੇ ਵਿੱਚ GS1 ਹੁੰਦਾ, GS ਫਿਰ ਉਸ ਤੋਂ ਬਾਅਦ ਆਪਣੇ ਉਸ ਤੋਂ ਬਾਅਦ C-SET ਹੁੰਦਾ। ਅਤੇ ਉਹਨਾਂ ਦੇ ਵਿੱਚ ਕੀ ਕਮੀ ਹੈ ਕਿ UPSC ਦੀ ਇਹਦੇ ਵਿੱਚ ਹੁੰਦੀ ਹੈ 1/3 ਨੈਗੇਟਿਵ ਮਾਰਕਿੰਗ। ਪਰ ਸਾਡੇ ਜਿਹੜੇ PCS ਐਗਜ਼ਾਮ ਦੇ ਵਿੱਚ ਨੈਗੇਟਿਵ ਮਾਰਕਿੰਗ, ਨੋ ਨੈਗੇਟਿਵ ਮਾਰਕਿੰਗ, ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੀ ਨਹੀਂ ਹੈਗੀ ਹੈ। ਤੁਸੀਂ ਕੀ ਹੈ ਆਪਣੇ ਤੁੱਕੇ ਵੀ ਲਗਾ ਸਕਦੇ ਹੋ। ਅਗਰ ਪਹਿਲੀ ਗੱਲ ਤਾਂ ਇਹ ਪੇਪਰ ਉਹੀ ਭਰਨਗੇ ਜਿਹੜੇ ਕਾਫੀ ਸਾਲਾਂ ਤੋਂ ਤਿਆਰੀ ਵੀ ਕਰ ਰਹੇ ਨੇ, ਪਰ ਜਿਨ੍ਹਾਂ ਨੇ ਵੈਸੇ ਹੀ ਅਜ਼ਮਾ ਕੇ ਵੇਖਣਾ ਪੇਪਰ ਦੇਣਾ ਚਾਹੁੰਦੇ ਨੇ। ਅਗਰ ਇਨ ਫਿਊਚਰ ਦੇ ਵਿੱਚ 2023-22 ਦੇ ਵਿੱਚ ਆਏਗਾ ਤਾਂ ਉਸ ਦੇ ਹਿਸਾਬ ਨਾਲ ਅਗਰ ਕੋਈ ਪੇਪਰ ਦੇਣਾ ਚਾਹੁੰਦਾ ਤਾਂ ਉਹ ਇਸ ਨੂੰ ਅਜ਼ਮਾ ਸਕਦਾ, ਕਿਉਂਕਿ ਵੇਖ ਸਕਦਾ ਪੈਟਰਨ ਕਿੱਦਾਂ ਦਾ ਆਏਗਾ ਪੇਪਰ ਦੇ ਵਿੱਚ, ਕਿੰਨੀ ਕੁ ਪ੍ਰੋਬਲਮ, ਕਿੰਨੀ ਕੁ ਫੇਸ ਕਰ ਸਕਦਾ, ਕਿੰਨੀ ਕੁ ਪ੍ਰੈਸ਼ਰ ਹੁੰਦਾ ਪੇਪਰ ਦੇ ਵਿੱਚ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਪੇਪਰ 2 ਲੈਂਗੁਏਜ ਦੇ ਵਿੱਚ ਛਪੇਗਾ, ਇੰਗਲਿਸ਼ ਤੇ ਗੁਰਮੁਖੀ ਦੇ ਵਿੱਚ, ਪੰਜਾਬੀ ਲੈਂਗੁਏਜ ਦੇ ਵਿੱਚ, ਦੋ ਭਾਸ਼ਾ ਦੇ ਵਿੱਚ ਛਪੇਗਾ ਪੇਪਰ। ਉਸ ਤੋਂ ਬਾਅਦ ਹੁਣ ਕੀ ਹੈ ਜੀ, ਇਹਦੇ ਤੋਂ ਕਿੰਨੇ ਕੈਂਡੀਡੇਟ ਤੁਹਾਨੂੰ ਬੁਲਾਏ ਜਾਣਗੇ? ਇਹਦਾ ਹੈਗਾ ਜੀ, ਹੁਣ ਜਿਹੜਾ ਜਿੰਨੀਆਂ ਪੋਸਟਾਂ ਨੇ ਉਹਦਾ 13 ਗੁਣਾ ਕੈਂਡੀਡੇਟ ਮੇਨਸ ਵਾਸਤੇ ਅੱਗੇ ਪਹੁੰਚਣਗੇ ਟੋਟਲ ਦੇ ਵਿੱਚੋਂ। ਤਾਂ ਕੁੱਲ ਮਿਲਾ ਕੇ ਮਤਲਬ ਕਹਿ ਸਕਦੇ ਹਾਂ ਕਿ 1000 ਸਟੂਡੈਂਟ ਹੋ ਗਿਆ ਜਿਹੜਾ ਅੱਗੇ ਮੇਨਸ ਦੇ ਵਿੱਚ ਮੇਨਸ ਲਿਖੇਗਾ, ਜਿਹੜਾ ਸੈਕਿੰਡ ਸਟੇਜ ਦੇ ਵਿੱਚ ਪਹੁੰਚੇਗਾ। ਠੀਕ ਹੈ ਜੀ। 13 ਗੁਣਾ ਬੱਚੇ ਇਹਨਾਂ ਨੇ ਬੁਲਾਉਣੇ ਆ। ਫਿਰ ਆ ਗਈ ਮੇਨਸ ਦੀ ਵਾਰੀ। ਮੇਨਸ ਪੇਪਰ ਦੇ ਵਿੱਚ ਕੀ ਹੈ ਜੀ, ਟੋਟਲ ਤੁਹਾਡੀ ਜਿਹੜੇ 7 ਪੇਪਰ ਕੰਡਕਟ ਕੀਤੇ ਜਾਣਗੇ। ਇਹ ਪੇਪਰ ਸਾਰੇ ਕੰਪਲਸਰੀ ਨੇ। 7 ਪੇਪਰ ਗਏ। ਪਹਿਲਾ ਜੀ ਪੇਪਰ ਹੋਏਗਾ ਪੰਜਾਬੀ ਦਾ। ਠੀਕ ਹੈ ਜੀ। ਪੰਜਾਬੀ ਪੰਜਾਬ ਦੇ ਵਿੱਚ ਹੈਗੇ ਹੋ ਤਾਂ ਪੰਜਾਬੀ ਦਾ ਪੇਪਰ ਦੇਣਾ ਪਏਗਾ, ਇਹ 100 ਮਾਰਕਸ ਦਾ ਹੈ। ਜਿਹੜਾ ਇੰਗਲਿਸ਼ ਦਾ ਪੇਪਰ ਹੈ ਇਹ 100 ਮਾਰਕਸ ਦਾ ਹੈ। ਉਸ ਤੋਂ ਬਾਅਦ ਐਸੇ ਦਾ 3rd ਪੇਪਰ ਹੋਏਗਾ, ਉਹ 150 ਮਾਰਕਸ ਦਾ ਹੈ। ਫਿਰ GS1 ਆ ਗਿਆ, ਇਹਦੇ ਵਿੱਚ 3 ਸਬਜੈਕਟ ਨੇ, ਹਿਸਟਰੀ, ਜਿਓਗ੍ਰਾਫੀ ਅਤੇ ਸੋਸਾਇਟੀ। ਜਿਹੜੀ ਹਿਸਟਰੀ ਹੈ ਇਹਦੇ ਵਿੱਚ ਵਰਲਡ ਹਿਸਟਰੀ ਵੀ ਕਾਊਂਟ ਕੀਤੀ ਜਾਂਦੀ ਹੈ। ਤਾਂ ਇਹ ਕੁੱਲ ਮਿਲਾ ਕੇ ਤੁਹਾਡਾ 250 ਨੰਬਰਾਂ ਦਾ ਪੇਪਰ ਹੋਏਗਾ। ਫਿਰ ਆ ਗਿਆ ਜਨਰਲ ਸਟੱਡੀ 2, ਇਹਦੇ ਵਿੱਚ ਤੁਹਾਡਾ ਕੌਂਸਟੀਟਿਊਸ਼ਨ, ਗਵਰਨੈਂਸ, ਇੰਟਰਨੈਸ਼ਨਲ ਰਿਲੇਸ਼ਨਸ, ਇਹ ਸਾਰਾ ਤੁਹਾਡਾ ਕੁੱਲ ਮਿਲਾ ਕੇ 250 ਨੰਬਰ ਦਾ ਇਹ ਹੋ ਗਿਆ। ਉਸ ਤੋਂ ਬਾਅਦ ਜਨਰਲ GS3 ਦੇ ਬਾਰੇ ਗੱਲ ਕਰੀ, ਇਕਨੋਮੀ ਅਤੇ ਸਟੈਟਿਕਸ ਅਤੇ ਸਿਕਿਉਰਿਟੀ ਇਸ਼ੂਜ਼ ਦੇ ਬਾਰੇ 250 ਨੰਬਰ ਦਾ ਪੇਪਰ ਇਹ ਹੋਏਗਾ। ਉਸ ਤੋਂ ਬਾਅਦ ਜਨਰਲ ਸਟੱਡੀ ਪੇਪਰ 4 ਦੇ ਵਿੱਚ ਸਾਇੰਸ, ਟੈਕ, ਇਨਵਾਇਰਨਮੈਂਟ, ਪ੍ਰੋਬਲਮ ਸੋਲਵਿੰਗ, ਡਿਸੀਜਨ ਮੇਕਿੰਗ, ਇਹਦੇ ਵਿੱਚ 250 ਨੰਬਰ ਦਾ ਮਾਰਕਸ ਦਾ ਪੇਪਰ ਇਹ ਹੋਏਗਾ। ਤਾਂ ਕੁੱਲ ਮਿਲਾ ਕੇ ਅਗਰ ਤੁਹਾਡਾ ਰਿਟਨ ਮੈਂ ਗੱਲ ਕਰਾਂ ਤਾਂ ਰਿਟਨ ਦੇ ਵਿੱਚ ਟੋਟਲ ਤੁਹਾਡੇ ਮਾਰਕਸ ਹੋ ਗਏ 1350 ਨੰਬਰਾਂ ਦੇ। ਤੁਹਾਡਾ ਰਿਟਨ ਹੈ ਜਿਹੜਾ ਸਬਜੈਕਟਿਵ ਤੁਸੀਂ ਲਿਖ ਕੇ ਪਾਸ ਕਰਨਾ ਹੈ। ਅਤੇ ਠੀਕ ਹੈ ਜੀ। ਅਤੇ ਇਹਦੇ ਵਿੱਚ ਕੀ ਹੈ ਜੀ, ਓਵਰਆਲ ਤੁਹਾਡੇ 40% ਨੰਬਰ, 45% ਮਾਰਕਸ ਤਾਂ ਬਣਨੇ ਹੀ ਚਾਹੀਦੇ ਨੇ ਅਗਰ ਤੁਸੀਂ ਅਗਲੇ ਇੰਟਰਵਿਊ ਦੇ ਵਿੱਚ ਬੈਠਣਾ ਹੈ। ਔਰ ਹਰ ਪੇਪਰ ਦੇ ਵਿੱਚ ਐਟ ਲੀਸਟ 25% ਨੰਬਰ ਤੁਹਾਡੇ ਜ਼ਰੂਰ ਹੋਣੇ ਚਾਹੀਦੇ ਨੇ, ਤਾਂ ਹੀ ਤੁਹਾਡੇ ਨੰਬਰ ਕਾਊਂਟ ਕੀਤੇ ਜਾਣਗੇ ਮੇਨਸ ਵਾਸਤੇ। ਠੀਕ ਹੈ ਜੀ। ਇਹਦੇ ਵਿੱਚ ਕੰਡੀਸ਼ਨ ਰੱਖੀ ਹੈ। ਤਾਂ 1350 ਨੰਬਰ ਉਹ ਸੀਗੇ। ਫਿਰ ਤੁਸੀਂ ਅਗਰ ਮੰਨ ਲਓ ਤੁਹਾਡੇ ਲੱਕ ਵਧੀਆ ਰਿਹਾ ਜਾਂ ਤੁਹਾਡੀ ਮਿਹਨਤ ਇੰਨੀ ਵਧੀਆ ਕੀਤੀ ਹੋਈ ਤਾਂ ਤੁਸੀਂ ਤੀਜੀ ਸਟੇਜ ਦੇ ਵਿੱਚ ਪਹੁੰਚ ਗਏ, ਤਾਂ ਤੁਹਾਡਾ ਆਏਗਾ ਇੰਟਰਵਿਊ ਕਾਲ ਆਏਗੀ। ਇੰਟਰਵਿਊ ਕਾਲ ਦੇ ਵਿੱਚ 150 ਨੰਬਰਾਂ ਦਾ ਜੋ ਤੁਹਾਡਾ ਇੰਟਰਵਿਊ ਕਾਲ ਆਏਗੀ ਅਤੇ ਉਹ ਇੰਟਰਵਿਊ ਤੁਹਾਡਾ 150 ਨੰਬਰਾਂ ਦਾ ਹੋਏਗਾ। ਤਾਂ ਕੁੱਲ ਮਿਲਾ ਕੇ ਜਿਹੜੀ ਮੈਰਿਟ ਹੈ ਉਹ ਬਣੀ ਹੈ ਜੀ 1500 ਦੇ ਵਿੱਚੋਂ। 1500 ਮਾਰਕਸ ਦੇ ਵਿੱਚੋਂ ਤੁਹਾਡੇ ਜਿਹੜੇ ਮੈਰਿਟ ਬਣੀ ਆ ਫਾਈਨਲ ਤੁਹਾਡਾ ਨੇਮ ਆਏਗਾ PCS ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਇਸ ਦੇ ਵਿੱਚ ਕੀ ਹੈ ਜੀ, ਹੁਣ ਇਹ ਮੈਂ ਤੁਹਾਨੂੰ ਪਹਿਲੇ ਦੱਸਦਾ ਸੀ।
ਹੁਣ ਇੰਟਰਵਿਊ ਵਾਸਤੇ ਕਿੰਨੇ ਬੱਚੇ ਬੁਲਾਏ ਜਾਣਗੇ। ਹੁਣ ਜਿੰਨੀਆਂ ਪੋਸਟਾਂ ਨੇ ਸਾਡੀਆਂ 77 ਪੋਸਟਾਂ ਨੇ ਟੋਟਲ। 77 ਪੋਸਟਾਂ ਅਗਰ ਮੇਨਸ ਸੈਕਿੰਡ ਮੇਨਸ ਤੁਸੀਂ ਕਲੀਅਰ ਕਰ ਲਿਆ, ਉਸ ਤੋਂ ਬਾਅਦ ਇੰਟਰਵਿਊ ਵਾਸਤੇ ਤੁਹਾਨੂੰ ਕਦੋਂ ਤੱਕ ਕੋਲ ਆ ਸਕਦੀ ਹੈ, 3 ਗੁਣਾ ਬੱਚੇ ਬੁਲਾਏ ਜਾਣਗੇ ਇੰਟਰਵਿਊ ਵਾਸਤੇ। ਤਕਰੀਬਨ ਮੰਨ ਕੇ ਚਲੋ 240-50 ਬੱਚੇ ਤੁਹਾਡੇ ਬੁਲਾਏ ਜਾਣਗੇ ਇੰਟਰਵਿਊ ਵਾਸਤੇ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਤੇ ਉਸ ਤੋਂ ਬਾਅਦ ਤੁਹਾਡਾ ਆ ਗਿਆ 40% ਮਾਰਕਸ ਮੈਂ ਦੱਸ ਹੀ ਦਿੱਤਾ ਸੀ ਸ਼ੈਡਿਊਲ ਕੈਟੇਗਰੀ ਵਾਸਤੇ। 45% ਮਾਰਕਸ ਐਗਰੀਗੇਟ ਤੁਹਾਡੇ ਹਰ ਪੇਪਰ ਦੇ ਵਿੱਚ ਚਾਹੀਦੇ ਨੇ, ਤੇ ਈਚ ਪੇਪਰ ਦੇ ਵਿੱਚ ਐਟ ਲੀਸਟ ਤੁਹਾਨੂੰ ਕਿੰਨੇ 25% ਮਾਰਕਸ ਇਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ। ਉਸ ਤੋਂ ਬਾਅਦ ਦੇਖੋ ਜੀ, ਆਪਾਂ ਗੱਲ ਕਰੀਏ ਫੀਸ ਦੇ ਬਾਰੇ। ਜਿਹੜਾ ਇਹ ਫਾਰਮ ਫੀਸ ਹੈ, ਇਹ ਕਿੰਨੀ ਫੀਸ ਹੈ ਇਹਦੀ। ਇਹ ਫੀਸ ਜਿਹੜੀ SC ਕੈਟੇਗਰੀ, ST ਤੇ ST ਕੈਟੇਗਰੀ ਵਾਸਤੇ, ਬੈਕਵਰਡ ਕਲਾਸ ਵਾਸਤੇ ਜਿਹੜੇ BC ਕੈਟੇਗਰੀ ਦੇ ਸਟੂਡੈਂਟ ਨੇ ਉਹਨਾਂ ਵਾਸਤੇ 1125 ਰੁਪਏ ਦਾ ਡਰਾਫਟ ਜਿਹੜਾ ਕਿ ਪੇਪਰ ਦਾ ਜਿਹੜੀ ਔਨਲਾਈਨ ਫੀਸ ਪੇ ਕੀਤੀ ਜਾਏਗੀ ਉਹਨਾਂ ਦੇ ਵਾਸਤੇ, ਐਪਲੀਕੇਸ਼ਨ ਫੀ ਜਿਹੜੀ ਉਹਨਾਂ ਦੀ ਪੇ ਕਰਨੀ ਹੈ। ਉਸ ਤੋਂ ਬਾਅਦ ਅਦਰ ਜਿਹੜੇ ਐਕਸ ਸਰਵਿਸਮੈਨ ਕੈਟੇਗਰੀ ਦੀ ਪੋਸਟਾਂ ਐਤਕੀ ਇਸ ਵਾਰ ਜ਼ਿਆਦਾ ਨਹੀਂ, ਤਾਂ ਇਸ ਦੇ ਵਿੱਚ ਇਹਦੀ 500 ਰੁਪਏ ਫੀਸ ਹੈ। ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਪੇਪਰ ਚਾਰਜ ਨਹੀਂ ਲਿਆ ਜਾ ਰਿਹਾ, ਸਿਰਫ ਔਨਲਾਈਨ ਐਗਜ਼ਾਮੀਨੇਸ਼ਨ ਫਾਰਮ ਦਾ ਲਿੱਤਾ ਜਾ ਰਿਹਾ। ਤੇ ਅਦਰ ਕੈਟੇਗਰੀ ਵਾਸਤੇ ਤੁਹਾਡਾ ਟੋਟਲ 3000 ਰੁਪਏ ਜਨਰਲ ਕੈਟੇਗਰੀ ਵਾਸਤੇ, ਠੀਕ ਹੈ ਜੀ। ਫੀਸ ਬਹੁਤ ਜ਼ਿਆਦਾ ਹੈ। ਤੇ ਉਸ ਤੋਂ ਬਾਅਦ ਫਿਜ਼ੀਕਲ ਹੈਂਡੀਕੈਪਟ ਵਾਸਤੇ 1750 ਰੁਪਏ ਫੀਸ ਹੈ ਇਹਨਾਂ ਦੀ, ਇਹ ਤੁਸੀਂ ਭਰ ਸਕਦੇ ਹੋ ਫਾਰਮ। ਤੇ ਇਹ ਤੁਹਾਡਾ SB ਜਿਹੜਾ ਬ੍ਰਾਂਚ ਪਟਿਆਲਾ ਦੀ SBA ਬ੍ਰਾਂਚ ਦੇ ਵਿੱਚ ਫੀ ਪੇ ਕੀਤੀ ਜਾਏਗੀ ਤੁਹਾਡੀ। ਉਸ ਤੋਂ ਬਾਅਦ ਜਿਹੜਾ ਇਹਦਾ ਲਾਸਟ ਜਿਹੜੀ ਤਾਰੀਖ ਹੈ, ਜਿਹੜਾ ਤੁਸੀਂ ਇਹ ਔਨਲਾਈਨ ਲਾਸਟ ਫਿਲਿੰਗ ਫਾਰਮ ਤੁਸੀਂ ਕਰ ਸਕਦੇ ਹੋ 30 ਜੂਨ ਤੱਕ। 30 ਜੂਨ ਤੱਕ ਤੁਸੀਂ ਇਹ ਫਾਰਮ ਨੂੰ ਫਿਲ ਕਰ ਸਕਦੇ ਹੋ। ਉਸ ਤੋਂ ਪਹਿਲਾਂ ਹੀ ਤੁਸੀਂ ਇਹਨੂੰ ਫਾਰਮ ਨੂੰ ਫਿਲ ਕਰ ਲਓ ਤੇ ਵਧੀਆ ਰਹੇਗਾ। ਉਸ ਤੋਂ ਬਾਅਦ ਤੁਸੀਂ ਲਾਸਟ ਫੀ ਕਦੋਂ ਪੇ ਕਰ ਸਕਦੇ ਹੋ, 7 ਜੁਲਾਈ ਤੱਕ ਤੁਸੀਂ ਫੀ ਵੀ ਪੇ ਕਰ ਸਕਦੇ ਹੋ, ਸੌਰੀ। ਤੇ ਉਸ ਤੋਂ ਬਾਅਦ ਦੇਖੋ ਜੀ, ਹੋਰ ਇਹਦੇ ਵਿੱਚ ਤੁਸੀਂ ਜਿਹੜੇ ਫਿਜ਼ੀਕਲ ਜਿਹੜਾ DSP ਤੇ ਜਿਹੜੀ ਜੇਲਰ ਦੀ ਪੋਸਟਾਂ ਸੀਗੀਆਂ ਉਹਨਾਂ ਵਿੱਚ ਜੋ ਬੱਚੇ ਅਪਲਾਈ ਕਰਨਗੇ ਉਹਨਾਂ ਵਾਸਤੇ ਹਾਈਟ ਵੀ ਦੱਸੀ ਹੋਈ ਹੈ ਕਿ ਬॉयज़ ਦੀ ਹਾਈਟ ਇੰਨੀ ਹੋਣੀ ਚਾਹੀਦੀ ਹੈ ਤੇ ਗਰਲਸ ਦੀ ਹਾਈਟ ਇੰਨੀ ਹੋਣੀ ਚਾਹੀਦੀ ਹੈ। ਤੇ ਇਹ ਮਤਲਬ ਇੰਚ ਦੇ ਜਿਹੜੇ ਚੈਸਟ ਵਗੈਰਾ ਵੀ ਦੱਸਿਆ ਹੋਇਆ ਇਹਨਾਂ ਨੇ ਕਿੰਨੀ ਫਲਾਵਰ ਦੇ ਵਿੱਚ, ਤਾਂ ਕਿੰਨੀ ਇਹ ਸਾਰਾ ਉਹਨਾਂ ਵਿੱਚ ਪੰਜਾਬ ਪੁਲਿਸ ਵਾਲੇ ਦੇ ਅਕੋਰਡਿੰਗ ਇਹਨਾਂ ਨੇ ਕ੍ਰਾਈਟੇਰੀਆ ਰੱਖਿਆ ਹੋਇਆ। ਤੇ ਫਿਜ਼ੀਕਲ ਟੈਸਟ ਵਿੱਚ ਤੁਹਾਡੀ ਰਨਿੰਗ ਵੀ ਹੋਏਗੀ ਮੇਲਸ ਤੇ ਫੀਮੇਲਸ ਵਾਸਤੇ। 1600 ਮੀਟਰ ਬॉयज़ ਦੀ, 800 ਮੀਟਰ ਤੇ ਫੀਮੇਲ ਦੀ ਹੈ। ਲੌਂਗ ਜੰਪ ਹੈ, ਦੋਨੇ ਪਾਸੇ ਹੈ ਹਾਈ ਜੰਪ ਤੇ ਇਹਦੇ ਵਿੱਚ ਵਰਟੀਕਲ ਰੋਪ ਵੀ ਹੈਗਾ। ਇਹ ਤੁਹਾਨੂੰ 3 ਚਾਂਸ ਮਿਲਣਗੇ। ਫਿਜ਼ੀਕਲ ਟੈਸਟ ਵੀ ਕੰਡਕਟ ਕੀਤਾ ਜਾਏਗਾ ਦੋਨਾਂ ਪੋਸਟਾਂ ਵਾਸਤੇ, ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਡਾ ਅਟੈਂਪਟੇਸ਼ਨ ਦੀ ਗੱਲ ਕਰ ਲਈਏ, ਕਿੰਨੇ ਅਟੈਂਪਟ ਕਰ ਸਕਦੇ ਨੇ ਜੋ ਜਨਰਲ ਕੈਟੇਗਰੀ ਦੇ ਬੱਚੇ ਹੈ। PCS ਪੰਜਾਬ PCS ਕਿੰਨੀ ਵਾਰੀ ਅਟੈਂਪਟ ਕਰ ਸਕਦੇ ਨੇ ਆਪਣੀ ਲਾਈਫ ਦੇ ਵਿੱਚ, ਤਾਂ ਉਹਦੇ ਬਾਰੇ ਗੱਲ ਕਰਾਂ ਤਾਂ ਜਨਰਲ ਕੈਟੇਗਰੀ ਦੇ ਬੱਚੇ ਜੋ 6 ਵਾਰੀ ਐਗਜ਼ਾਮ ਨੂੰ ਪੇ ਕਰ ਆਪਣੇ ਅਟੈਂਪਟ ਕਰ ਸਕਦੇ ਆ। ਤੇ ਜਿਹੜੇ BC ਕੈਟੇਗਰੀ ਦੇ ਬੱਚੇ ਹੈ ਉਹ ਸਿਰਫ 9 ਵਾਰੀ ਐਗਜ਼ਾਮ ਨੂੰ ਆਪਣੇ ਕੰਡਕਟ ਕਰ ਸਕਦੇ ਆ। ਉਸ ਤੋਂ ਬਾਅਦ ਜਿਹੜੇ ਸ਼ੈਡਿਊਲ ਟਰਾਈਬ ਹੈ ਉਹ ਅਨਲਿਮਿਟਿਡ ਟਾਈਮ ਅਟੈਂਪਟ ਕਰ ਸਕਦੇ ਆ, ਠੀਕ ਹੈ ਜੀ। ਇਹ ਤੁਹਾਡਾ ਅਟੈਂਪਟੇਸ਼ਨ ਸੀਗਾ ਆਪਣੀ ਲਾਈਫ ਦੇ ਵਿੱਚ। ਅੱਛਾ, ਹੁਣ ਜਿਹੜੇ ਬੱਚਿਆਂ ਨੇ ਪ੍ਰੀ ਭਰਤਾ, ਜਦ ਤੱਕ ਉਹ ਮੇਨਸ ਦੇ ਵਿੱਚ ਨਹੀਂ ਪਹੁੰਚੇਗਾ ਉਹਦਾ ਇਹ ਜਿਹੜਾ ਨਹੀਂ ਮੰਨਿਆ ਜਾਏਗਾ। ਜਦ ਤੱਕ ਉਹ ਮੇਨਸ ਨਹੀਂ ਲਿਖ ਲੈਂਦਾ ਉਹਦਾ ਤਾਂ ਹੀ ਉਹ ਪੇਪਰ ਕੰਡਕਟ ਮੰਨਿਆ ਜਾਏਗਾ, ਉਹਦਾ ਅਟੈਂਪਟ ਤਾਂ ਹੀ ਮੰਨਿਆ ਜਾਊਗਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੇਖੋ, ਅਗਰ ਕਿਸੇ ਬੱਚੇ ਦਾ ਇਹ ਡਾਊਟ ਹੋਵੇ ਤਾਂ ਉਹ ਕਲੀਅਰ ਕਰ ਲੈਣਾ ਆਪਦਾ, ਠੀਕ ਹੈ ਜੀ। ਐਕਸ ਸਰਵਿਸਮੈਨ ਵਾਸਤੇ ਸਿਰਫ 4 ਅਟੈਂਪਟ ਨੇ, ਇਹ ਵੀ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਜਿਹੜੇ ਐਕਸ ਸਰਵਿਸਮੈਨ ਦੇ ਜੋ ਸਟੂਡੈਂਟ ਨੇ, ਤੇ ਉਸ ਤੋਂ ਬਾਅਦ ਇਹਨਾਂ ਨੇ ਕੈਟੇਗਰੀ ਵਾਈਜ਼ ਕੰਡੀਸ਼ਨਾਂ ਦੱਸੀਆਂ ਵੀ। ਬਾਕੀ ਇਹਦੇ ਵਿੱਚ ਹੋਰ ਇਹਦੇ ਵਿੱਚ ਕੁਛ ਵੀ ਨਹੀਂ ਹੈਗਾ। ਤੇ ਆਈ ਹੋਪ ਕਿ ਤੁਹਾਨੂੰ ਸਾਰਾ ਜਿਹੜਾ ਨੋਟੀਫਿਕੇਸ਼ਨ ਕਲੀਅਰ ਹੋ ਗਿਆ ਹੋਵੇਗਾ। ਤੁਸੀਂ ਲੱਗ ਜਾਓ ਹੁਣ ਆਪਣੀ ਤਿਆਰੀਆਂ ਦੇ ਵਿੱਚ। ਤਕਰੀਬਨ ਇਹਦਾ ਐਗਜ਼ਾਮ ਜਿਹੜਾ ਹੈ ਸਤੰਬਰ ਦੇ ਵਿੱਚ ਇਸ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਪੇਪਰ ਨੂੰ ਕੰਡਕਟ ਕਰ ਲਵਾਂਗੇ। ਅਗਰ ਸਾਡੇ ਕਰੋਨਾ ਵਾਇਰਸ ਤੋਂ ਹਾਲਾਤ ਠੀਕ ਰਹੇ ਦੇਸ਼ ਦੇ ਤਾਂ ਇਹ ਪੇਪਰ ਕੰਡਕਟ ਹੋ ਸਕਦਾ ਸਤੰਬਰ ਦੇ ਵਿੱਚ। ਅਦਰਵਾਈਜ਼ ਇਹ ਐਗਜ਼ਾਮ ਕੀ ਹੈ ਫਿਰ ਅੱਗੇ ਮੰਥ ਦੇ ਉੱਪਰ ਚੱਲ ਜਾਏਗਾ। ਤਾਂ ਹੋਰ ਇਸ ਤੋਂ ਬਾਅਦ ਮੈਂ ਬੁੱਕ ਲਿਸਟ ਵੀ ਲੈ ਕੇ ਆਊਂਗਾ। ਨੈਕਸਟ ਲੈਕਚਰ ਜਿਹੜਾ ਹੋਇਆ ਬੁੱਕ ਲਿਸਟ ਲੈ ਕੇ ਆਊਂਗਾ ਕਿ ਵੀ ਇਸ ਤੋਂ ਪੇਪਰ ਵਾਸਤੇ ਕਿਹੜੀ ਬੁੱਕਸ ਚਾਹੀਦੀਆਂ ਨੇ, ਕਿੱਥੋਂ ਤੁਸੀਂ ਘਰ ਬੈਠੇ ਸੈਲਫ ਸਟੱਡੀ ਕਰ ਸਕਦੇ ਹੋ। ਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓਸ ਅੱਛੀ ਲੱਗੀ ਹੋਏਗੀ। ਤਾਂ ਪਲੀਜ਼ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ। ਥੈਂਕ ਯੂ ਫॉर ਵਾਚਿੰਗ।